ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸੂਝਵਾਨ ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 24 ਫਰਵਰੀ 2021 13 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਕਈ ਪੜਾਵਾਂ ਵਿੱਚੋਂ ਗੁਜ਼ਰਦਿਆਂ ਇਸ ਵੇਲੇ ਇੱਕ ਅਹਿਮ ਮੋੜ ਤੇ ਆ ਖਲੋਤਾ ਹੈ। ਸੋ ਮੋਦੀ ਸਰਕਾਰ ਨੇ ਅੰਦੋਲਨ ਨੂੰ ਫੇਲ ਕਰਨ ਲਈ ਜਿੱਥੇ ਕਈ ਚਾਲਾਂ ਚੱਲੀਆਂ ਉੱਥੇ ਇਸ ਵਿੱਚ ਘੁਸਪੈਠ ਕਰਨ ਲਈ ਵੀ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਸੋ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਦੀ ਕਿਸਾਨੀ ਲੀਡਰਸ਼ਿਪ ਦੀ ਜੋ ਨਾਅਹਲੀਅਤ ਕਰਕੇ ਹੁਣ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਯੂਪੀ ਦੇ ਟਕੈਤ ਭਰਾਵਾਂ ਦੇ ਕੋਲ ਜਿਹੜੀ ਆ ਚਲੀ ਗਈ ਹੈ। ਸੋ ਇਹ ਟਕੈਤ ਭਰਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦੇ ਕਾਫੀ ਕਰੀਬ ਮੰਨੇ ਜਾਂਦੇ ਨੇ। ਸੋ ਬੀਤੇ ਦਿਨੀ ਨਰੇਸ਼ ਟਕੈਤ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜੇ ਰਾਜਨਾਥ ਸਿੰਘ ਕਿਸਾਨਾਂ ਨਾਲ ਗੱਲਬਾਤ ਕਰੇ ਤਾਂ ਕੋਈ ਹੱਲ ਨਿਕਲ ਸਕਦਾ ਹੈ। ਸੋ ਵਿਊਅਰਸ ਕਿ ਇਹ ਬਿਆਨ ਇਹ ਨਿਸ਼ਾਨਦੇਹੀ ਨਹੀਂ ਕਰਦਾ ਕਿ ਪਿਛਲੇ ਚੋਰ ਦਰਵਾਜ਼ੇ ਰਾਹੀਂ ਰਾਜਨਾਥ ਸਿੰਘ ਰਾਹੀਂ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਚੱਲ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕਿਸਾਨ ਮੁੱਦੇ ਦੇ ਉੱਤੇ ਕੀ ਲੀਡਰਸ਼ਿਪ ਕ੍ਰਾਈਸਿਸ ਹੈ ਜਾਂ ਉੱਥੇ ਕੀ ਚੱਲ ਰਿਹਾ ਉਹਦੀ ਗੱਲ ਕਰਨ ਤੋਂ ਪਹਿਲਾਂ ਅੱਜ ਜਿਹੜਾ ਵੀ ਪੰਜਾਬੀ ਬੋਲਣ ਵਾਲੇ ਹਲਕਿਆਂ ਦੇ ਵਿੱਚ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਜਿਹੜਾ ਟ੍ਰੈਂਡ ਖਬਰ ਕਰਦੀ ਰਹੀ ਉਹ ਪੰਜਾਬੀ ਦੇ ਬੜੇ ਨਾਮੀ ਗਾਇਕ ਸਰਦੂਲ ਸਿਕੰਦਰ ਜਿਹੜੇ 60 ਸਾਲ ਦੀ ਉਮਰ 'ਚ ਫੋਰਟਿਸ ਹਸਪੀਟਲ ਮੋਹਾਲੀ 'ਚ ਜਿਹੜੇ ਨੇ ਕੋਵਿਡ-19 ਦੀ ਭੇਟ ਚੜ੍ਹ ਗਏ। ਉਹਨਾਂ ਦੇ ਵਿਛੋੜੇ ਨੂੰ ਲੈ ਕੇ ਹਾਲਾਂ ਉਹਨਾਂ ਨਾਲ ਜਾਂ ਉਹਨਾਂ ਦੀ ਗਾਇਕੀ ਨਾਲ ਮੇਰੀ ਕਦੇ ਕੋਈ ਬਹੁਤੀ ਦਿਲਚਸਪੀ ਨਹੀਂ ਰਹੀ, ਪਰ ਬਹੁਤ ਵਾਰੇ ਹੁੰਦਾ ਜਦੋਂ ਤੁਸੀਂ ਬਹੁਤ ਸਾਰੇ ਪੋਜ਼ੀਟਿਵ ਪੱਖ ਦੇਖਦੇ ਹੋ ਔਰ ਨਾਮੀ ਗ੍ਰਾਮੀ ਲੋਕ ਉਹ ਗੱਲ ਕਰਦੇ ਨੇ ਤੇ ਫਿਰ ਲੱਗਦਾ ਹੈ ਕਿ ਭਾਈ ਨਹੀਂ ਇੱਕ ਵਾਕਿਆ ਹੀ ਉਹਨਾਂ ਦਾ ਕੋਈ ਵੀ ਨੈਗੇਟਿਵਿਟੀ ਜਿਵੇਂ ਬਹੁਤ ਸਾਰੇ ਗਾਇਕਾਂ ਨਾਲ ਜੁੜੀ ਹੋਈ ਹੈ। ਅੱਜ ਹੰਸਰਾਜ ਹੰਸ ਜਿਸ ਕਿਸਮ ਦੀਆਂ ਸਿਆਸੀ ਖਰਮਸਤੀਆਂ ਕਰ ਰਿਹਾ ਹੈ ਇਸ ਕਿਸਮ ਦਾ ਕਦੇ ਵੀ ਸਰਦੂਲ ਸਿਕੰਦਰ ਦੇ ਨਾਂ ਨਾਲ ਕੋਈ ਨੈਗੇਟਿਵਿਟੀ ਨਹੀਂ ਹੋਈ। ਰਾਦਰ ਜੇ ਮੈਂ ਇਸ ਸਾਰੇ ਦੇ ਪਿਛੋਕੜ ਨੂੰ ਕਹਾਂ ਕਿ ਉਹਨਾਂ ਦੀ ਘਰਵਾਲੀ ਅਮਰ ਨੂਰੀ ਜਦੋਂ ਲੇਟ 60s 70s ਅਸੀਂ ਕਾਲਜ ਗੋਇੰਗ ਡੇਜ਼ ਸੀ ਤੇ ਟੀਵੀ ਦੇ ਉੱਤੇ ਇੱਕ ਡਰਾਮਾ ਜਿਹੜਾ ਦਲੀਪ ਕੌਰ ਟਿਵਾਣਾ ਪੰਜਾਬੀ ਦੇ ਬਹੁਤ ਵੱਡੀ ਲੇਖਕਾ ਹੋਏ ਨੇ, ਰਾਈਟਰ ਹੋਏ ਨੇ, ਉਹਨਾਂ ਦਾ ਇਹੋ ਹਮਾਰਾ ਜੀਵਨ ਔਰ ਇਹੋ ਹਮਾਰਾ ਜੀਵਨ ਇਹ ਗੁਰਬਾਣੀ ਦੀ ਤੁਕ ਹੈ ਬਾਬਾ ਫਰੀਦ ਗੰਜ ਸ਼ੱਕਰ ਦੀ। ਕਿਸੇ ਹੋਰ ਕੌਨਟੈਕਸਟ 'ਚ ਹੈ ਕਿ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਦੇਖ, ਲੇਕਿਨ ਇਹ ਸਾਰਾ ਹੀ ਜਿਹੜਾ ਇਸ ਦੇ ਉੱਤੇ ਆਧਾਰਿਤ ਸੀ ਕਿ ਕਿਵੇਂ ਜਿਹੜੀਆਂ ਔਰਤਾਂ ਦੇ ਨਾਲ ਕਿਵੇਂ ਉਹਨਾਂ ਨੂੰ ਇੱਕ ਡੰਗਰਾਂ ਵਾਂਗ ਇੱਕ ਪ੍ਰੋਪਰਟੀ ਸਮਝਿਆ ਜਾਂਦਾ ਹੈ। ਜਿਵੇਂ ਡੰਗਰ ਵੇਚਣ ਵਾਲਾ ਇੱਕ ਜਿਹੜਾ ਉਸ ਤੋਂ ਕਿੱਲੇ ਤੋਂ ਖੋਲ੍ਹ ਕੇ ਸੰਗਲ ਫੜਾ ਦਿੰਦਾ ਹੈ ਜਿਹਨੇ ਕੀਮਤ ਤਾਰੀ ਹੈ, ਇਸ ਦੇ ਉੱਤੇ ਬੇਸ ਸੀ। ਔਰ ਅਮਰ ਨੂਰੀ ਨੇ ਇੱਕ ਭਾਨੋ ਦਾ ਰੋਲ ਜਿਹੜਾ ਅੱਜ ਤੱਕ ਵੀ ਜਿਹੜੇ ਉਸ ਦੌਰ ਦੇ ਲੋਕ ਜਿਨ੍ਹਾਂ ਨੇ ਦੇਖਿਆ ਔਰ ਬਾਅਦ 'ਚ ਤਾਂ ਉਹ ਸਾਰੇ ਵੀਡੀਓ ਦੇ ਰਾਹੀਂ ਵੀ ਸਾਹਮਣੇ ਹੈ
ਉਹ ਅੱਜ ਤੱਕ ਵੀ ਉਕਰਿਆ ਹੋਇਆ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬੀਬੀ ਜਿਹੜੀ ਹੈ ਉਹ ਕਿਵੇਂ ਫਿਰ ਗਰੋ ਹੋਈ, ਇਕੱਲੀ ਡਰਾਮੇ ਦੀ ਦੁਨੀਆ 'ਚ ਨਹੀਂ, ਗਾਇਕੀ ਦੀ ਦੁਨੀਆ 'ਚ ਵੀ। ਔਰ ਇਸ ਜੋੜੀ ਨੇ ਨਾਮਣਾ ਖੱਟਿਆ ਔਰ ਇਹਨਾਂ ਦੇ ਹੁਣ 2 ਬੱਚੇ ਜਿਹੜੇ ਨੇ ਉਹਨਾਂ ਦੇ ਨਾਂ ਵੀ ਉਹਨਾਂ ਨੇ ਅਲਾਪ ਔਰ ਸਾਰੰਗ ਰੱਖੇ ਨੇ, 2 ਬੇਟੇ ਨੇ। ਔਰ ਮੈਂ ਇਸ ਨਾਲੋਂ ਵੀ ਜ਼ਿਆਦਾ ਜਦੋਂ ਤੁਸੀਂ ਕਿਸੇ ਚੀਜ਼ ਦਾ ਦੇਖਦੇ ਹੋ ਦੇਣ, ਤਾਂ ਬਹੁਤ ਸਾਰਿਆਂ ਨੇ ਅੱਜ ਲਿਖਿਆ ਔਰ ਜਿਹੜਾ ਈਵਨ ਅਫਸੋਸ ਦਾ ਮੁਜ਼ਾਹਰਾ ਹਰ ਪੱਖ ਤੋਂ ਹੀ ਹੈ, ਹਰ ਖੇਤਰ ਵੱਲੋਂ ਹੈ। ਔਰ ਉਹਨਾਂ ਦਾ ਸੰਬੰਧ ਪਟਿਆਲਾ ਘਰਾਨਾ ਦੀ ਗਾਇਕੀ ਨਾਲ ਰਿਹਾ ਔਰ ਉਹਨਾਂ ਦੀ ਜਿਹੜੀ ਬਹੁਤ ਮਸ਼ਹੂਰ ਜਿਹੜੀ ਪਹਿਲੀ ਉਹਨਾਂ ਦੀ ਸੌਂਗਸ ਦੀ ਐਲਬਮ ਆਈ ਰੋਡਵੇਜ਼ ਦੀ ਲਾਰੀ, ਔਰ ਉਹਦੇ ਅੱਜ ਤੱਕ ਵੀ ਉਹਨੂੰ ਲੋਕ ਗੁਣਗੁਣਾਉਂਦੇ ਨੇ ਉਹਦੇ ਗੀਤਾਂ ਨੂੰ। ਔਰ ਮੈਨੂੰ ਜਿਹੜੇ ਕੁਝ ਫੈਕਟਰ ਜਦੋਂ ਮੈਂ ਅੱਜ ਥੋੜ੍ਹਾ ਬਹੁਤ ਵਕਤ ਇਸ 'ਤੇ ਲਾਇਆ ਕਿ ਵੀ ਕਿਵੇਂ ਉਹਨਾਂ ਨੇ ਈਵਨ ਜਿਵੇਂ ਮਾਂ ਦਾ ਕਰੈਕਟਰ ਕੀ ਹੈ ਔਰ ਮਾਂ ਨੂੰ ਕਿਵੇਂ ਜਿਸ ਮਾਂ ਨੇ ਐਫਰਟ ਕਰਕੇ ਬੱਚੀ ਨੂੰ ਕਿੱਥੇ ਖੜਾ ਕੀਤਾ ਹੁੰਦਾ, ਕਿਵੇਂ ਇਗਨੋਰ ਕਰਦੇ ਨੇ ਅੱਜ ਦੀ ਜਨਰੇਸ਼ਨ, ਉਹਦੇ 'ਤੇ ਉਹਨਾਂ ਦੇ ਗੀਤ ਵੀ ਔਰ ਪ੍ਰੈਜੈਂਟੇਸ਼ਨ ਵੀ। ਫਿਰ ਅਸੀਂ ਦੇਖਦੇ ਹਾਂ ਈਵਨ ਇਸ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਉਹ ਉੱਥੇ ਪਹੁੰਚੇ ਵੀ ਆਪਣੀ ਵਾਈਫ ਅਮਰ ਨੂਰੀ ਦੇ ਨਾਲ, ਔਰ ਜਿਹੜਾ ਉਹਨਾਂ ਦਾ ਗੀਤ ਸੀ ਉਹ ਪੰਜਾਬ ਦੇ ਕਰੈਕਟਰ ਨੂੰ ਬਿਆਨਦਾ ਸੀ ਕਿ ਜੋ ਤੁਸੀਂ ਕਰ ਰਹੇ ਹੋ ਤੇ ਇਸ ਗੱਲ ਦਾ ਧਿਆਨ ਰੱਖੋ ਕਿ ਜੇ ਪੰਜਾਬ ਨੂੰ ਬੇਪਤ ਕਰੋਗੇ ਤੇ ਫਿਰ ਪੰਜਾਬ ਦੇ ਵਿੱਚ ਵੀ ਜਿਹੜੀਆਂ ਤਲਵਾਰਾਂ ਔਰ ਗੰਡਾਸੇ ਨੇ ਉਹ ਤੁਹਾਡੀ ਵੇਟ ਕਰਨਗੇ। ਮਤਲਬ ਇਹ ਹੈ ਕਿ ਪੰਜਾਬ ਦੀ ਸਪਿਰਿਟ ਕਿ ਵੀ ਵਿਲ ਫਾਈਟ ਟੂ ਦਾ ਫਿਨਿਸ਼। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਨਾਲ ਖੜੇ ਹਾਂ। ਔਰ ਇਹ ਮੈਂ ਸਮਝਦਾ ਵੀ ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਜਿਹੜੀ ਹੋਰ ਵੀ ਗੱਲ ਮੈਨੂੰ ਇਸ ਜੋੜੀ ਦਾ ਆਪਸੀ ਕਿਉਂਕਿ ਕਿਡਨੀ ਫੇਲਿਅਰ ਹੋਈ ਔਰ ਸ਼ਾਇਦ 2016 ਦੇ ਵਿੱਚ ਜਿਹੜੀ ਹੈ ਉਹ ਕਿਡਨੀ ਜਿਹਨੂੰ ਰੀਨਲ ਟ੍ਰਾਂਸਪਲਾਂਟ ਕਹਿੰਦੇ ਨੇ ਉਹ ਹੋਇਆ, ਔਰ ਉਹ ਕਿਡਨੀ ਵੀ ਅਮਰ ਨੂਰੀ ਉਹਨਾਂ ਦੀ ਵਾਈਫ ਨੇ ਡੋਨੇਟ ਕੀਤੀ। ਔਰ ਅੱਜ ਜਦੋਂ ਉਹਨਾਂ ਦੀ ਡੈਡ ਬਾਡੀ ਜਿਹੜੀ ਹੈ ਉਹ ਘਰ ਲਿਆਂਦੀ ਜਾਂਦੀ ਹੈ ਤੇ ਜਿਸ ਕਿਸਮ ਦਾ ਮਾਹੌਲ ਵਿਰਲਾਪ ਦਾ। ਸੋ ਬਹੁਤ ਵਾਰ ਅਸੀਂ ਦੁਨੀਆ 'ਚ ਇਹ ਦੇਖਦੇ ਹਾਂ ਕਿ ਇਹ ਜਿਹੜੀ ਕਲਾਕਾਰਾਂ ਦੀ ਦੁਨੀਆ, ਆਰਟਿਸਟਾਂ ਦੀ ਦੁਨੀਆ ਜਾਂ ਸ਼ੋਅਬਿਜ਼ ਜਿਹਨੂੰ ਕਹਿੰਦੇ ਨੇ, ਬਹੁਤ ਵਾਰੀ ਰਿਸ਼ਤੇ ਵੀ ਸ਼ੋਅਬਿਜ਼ ਹੁੰਦੇ ਨੇ। ਕੋਈ ਉਹਨਾਂ 'ਚ ਕੋਈ ਪੱਕਾਪਨ ਨਹੀਂ ਹੁੰਦਾ ਜਾਂ ਕੋਈ ਵਫਾ ਦਾ ਐਂਗਲ ਬਹੁਤ ਸਾਰਾ ਨਹੀਂ ਰਹਿੰਦਾ, ਮਨੀ ਹੀ ਜਿਹੜੀ ਹੈ ਉਹ ਫੈਕਟਰ ਬਣ ਜਾਂਦੀ ਹੈ। ਪਰ ਮੈਂ ਸਮਝਦਾ ਹਾਂ ਵੀ ਪੰਜਾਬੀ ਗਾਇਕੀ 'ਚ ਔਰ ਇਹ ਸਾਰੇ ਹੀ ਜਦੋਂ ਅਸੀਂ ਇਹਨਾਂ ਪਰਿਵਾਰਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਜਨਰੇਸ਼ਨਾਂ ਤੋਂ ਜਿਹੜੀ ਹੈ ਉਸ ਵਿਰਸੇ ਨੂੰ, ਜੇ ਅਸੀਂ ਵਿਰਸੇ ਦਾ ਦੂਸਰਾ ਫਾਰਸੀ ਲਫ਼ਜ਼ ਕਹਿਣਾ ਹੋਏ ਜਾਂ ਪੰਜਾਬੀ ਹੁਣ ਤਾਂ ਇਸਤੇਮਾਲ ਹੁੰਦਾ ਹੈ, ਤੇ ਉਹ ਜ਼ਾਹਰ ਹੈ ਕਿ ਮਿਰਾਸ ਹੈ। ਔਰ ਬੇਸ਼ੱਕ ਸਮਾਜ ਦਾ ਇੱਕ ਤਬਕਾ ਇਸ ਵਰਗ ਨੂੰ ਮਿਰਾਸੀ ਇੱਕ ਹੀਣੇ ਸ਼ਬਦ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਪਰ ਮਿਰਾਸ ਹੈਰੀਟੇਜ ਨੂੰ ਕਹਿੰਦੇ ਨੇ, ਵਿਰਸੇ ਨੂੰ ਕਹਿੰਦੇ ਨੇ। ਔਰ ਕਿਵੇਂ ਇਹਨਾਂ ਪਰਿਵਾਰਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਨਰੇਸ਼ਨ 'ਚ ਉਹ ਜਾਰੀ ਰਿਹਾ। ਔਰ ਸਿੱਖ ਮਜ਼ਹਬ ਦੇ ਹਵਾਲੇ ਨਾਲ ਤਾਂ ਗੁਰੂ ਨਾਨਕ ਸਾਹਿਬ ਦਾ ਸਫ਼ਰ ਉਦਾਸੀਆਂ ਦਾ, ਉਹਨਾਂ ਦੀ ਜ਼ਿੰਦਗੀ ਦਾ, ਹਯਾਤੀ ਦਾ ਪੂਰਾ ਹੀ ਨਹੀਂ ਹੁੰਦਾ ਜੇ ਭਾਈ ਮਰਦਾਨੇ ਦਾ ਜ਼ਿਕਰ ਨਾ ਹੋਏ। ਔਰ ਇਹੀ ਕਾਰਨ ਹੈ ਕਿ ਅੱਜ ਵੀ ਸਿੱਖਾਂ ਦੀ ਇਹ ਪਰੰਪਰਾ 'ਚ ਅਸੀਂ ਕਦੇ ਵੀ ਲਫ਼ਜ਼ ਮਰਾਸੀ ਨਹੀਂ ਇਸਤੇਮਾਲ ਕਰਾਂਗੇ, ਅਸੀਂ ਰਬਾਬੀ ਪਰਿਵਾਰ ਕਹਿੰਦੇ ਹਾਂ। ਔਰ ਕਿਉਂਕਿ ਭਾਈ ਮਰਦਾਨਾ ਰਬਾਬ ਦੇ ਨਾਲ, ਔਰ ਭਾਈ ਗੁਰਦਾਸ ਜੀ ਨੇ ਜਿਵੇਂ ਬਿਆਨਿਆ ਕਿ ਇੱਕ ਬਾਬਾ ਅਕਾਲ ਰੂਪ, ਦੂਸਰਾ ਰਬਾਬੀ ਮਰਦਾਨਾ। ਸੋ ਸਾਡੇ ਲਈ ਤਾਂ ਇਹ ਸਾਰੇ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਇਕੱਲੀ ਪੰਜਾਬ ਦੀ ਵਿਰਾਸਤ ਨੂੰ ਸਾਂਭਣ 'ਚ ਹੀ ਨਹੀਂ, ਗੁਰਮਤ ਕੀਰਤਨ ਜਾਂ ਗੁਰਮਤ ਸੰਗੀਤ ਇਹਨਾਂ ਬਿਨਾਂ ਮੁਕੰਮਲ ਹੀ ਨਹੀਂ ਹੁੰਦਾ। ਔਰ ਇਹ ਵੀ ਜਿਹੜਾ ਸ਼ਰਫ ਫਿਰ ਭਾਈ ਮਰਦਾਨੇ ਕਿਆਂ ਨੂੰ ਹੀ ਹਾਸਲ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਆਪਣੇ ਨਾਲ ਬਿਠਾਇਆ। ਜਦੋਂ ਅਸੀਂ ਨਾਲ ਬਿਠਾਏ ਦੀ ਗੱਲ ਕਰਦੇ ਹਾਂ, ਰਾਮਕਲੀ ਕੀ ਵਾਰ ਜਿਹੜੀ ਹੈ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਹੁਣ ਸਮਾਜ ਦੇ ਵਿੱਚ ਇਹਨਾਂ ਦੇ ਲਈ ਸ਼ਬਦ ਡੂਮ ਸੀ, ਔਰ ਇਹ ਜਦੋਂ ਸੱਤਾ ਤੇ ਬਲਵੰਡ ਜਿਹੜੇ ਗੁਰੂ ਕੇ ਰਬਾਬੀ ਸੀ, ਭਾਈ ਮਰਦਾਨਾ ਜੀ ਦੇ ਡਾਇਰੈਕਟ ਡਿਸੈਂਡੈਂਟ ਸੀ, ਉਹਨਾਂ ਦੀ ਜਿਹੜੀ ਰਚਨਾ ਹੈ। ਔਰ ਜਦੋਂ ਮੈਂ ਉਹਨੂੰ ਇਹ ਕੋਟ ਕਰਦਾ ਕਿ ਕਿਵੇਂ ਉਹਨਾਂ ਨੇ ਇਹਨਾਂ ਉਸ ਜਸਟ ਨੂੰ ਸਮਝਿਆ ਜਿਹੜੀ ਗੁਰੂ ਨਾਨਕ ਦੇ ਥਾਟ ਦੀ ਸੀ, ਜਦੋਂ ਇਸ ਰਾਏ ਬਲਵੰਡ ਔਰ ਸੱਤੇ ਦੀ ਵਾਰ 'ਚ ਅਸੀਂ ਕਹਿੰਦੇ ਹਾਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਹੁਣ ਇਹ ਭਾਈ ਸੱਤਾ ਦੇ ਭਾਈ ਬਲਵੰਡ ਕਹਿ ਰਹੇ ਨੇ ਕਿ ਭਾਈ ਇਸ ਧਰਤੀ ਦੇ ਉੱਤੇ ਬਾਬੇ ਨਾਨਕ ਦਾ ਉਹ ਰਾਜ
ਜਿਸ ਦਾ ਕਿਲਾ ਸੱਚ ਦਾ ਹੈ, ਨਾਨਕ ਰਾਜ ਚਲਾਇਆ ਸੱਚ ਕੋਟ, ਜਿਹੜਾ ਕਿਲਾ ਸੱਚ ਦਾ ਹੈ, ਸਤਾਣੀ ਨੀਂਵ ਦੇ, ਜਿਹਦੀ ਨੀਂਹ ਜਿਸ ਦੀ ਬੁਨਿਆਦ ਬੜੀ ਪੁਖਤਾ ਹੈ। ਜੀ ਔਰ ਇਸ ਦੌਰ ਦੇ ਵਿੱਚ ਵੀ ਇਹ ਠੀਕ ਹੈ, 47 ਦੇ ਦੌਰ ਨੇ ਜਿੱਥੇ ਹੋਰ ਬਹੁਤ ਸਾਰੇ ਨੁਕਸਾਨ ਕੀਤੇ, ਆਪਸ ਦੇ ਵਿੱਚ ਨਫ਼ਰਤਾਂ ਔਰ ਜਿਹੜੀ ਹੈ ਖੂਨ ਖਰਾਬਾ ਅਸੀਂ ਕੀਤਾ, ਉੱਥੇ ਅਸੀਂ ਇਹਨਾਂ ਰਬਾਬੀਆਂ ਦੀ ਵਿਰਾਸਤ ਤੋਂ ਵੀ ਵਾਂਝੇ ਰਹਿ ਗਏ। ਉਹੀ ਹਰਿਮੰਦਰ ਸਾਹਿਬ ਜਿੱਥੇ ਜੇ 6 ਚੌਂਕੀਆਂ ਨੇ ਤੇ 3 ਜਿਹੜੇ ਨੇ ਰਬਾਬੀ ਪਰੰਪਰਾ ਦੇ ਜਿਹੜੇ ਗਾਇਕ ਸੀ ਉਹ ਸ਼ਬਦ ਚੌਂਕੀ ਕਰਦੇ ਸੀ, ਜਿਨ੍ਹਾਂ 'ਚ ਭਾਈ ਲਾਲ ਜੀ, ਭਾਈ ਚਾਂਦ ਜੀ, ਜਿਹੜੇ 47 'ਚ ਪਾਕਿਸਤਾਨ ਚਲੇ ਗਏ ਔਰ ਇਹ ਰਬਾਬੀ ਪਰੰਪਰਾ ਤੋਂ ਅਸੀਂ ਵਾਂਝੇ ਹੁੰਦੇ ਚਲੇ ਗਏ। ਹੁਣ ਵੀ ਉਹਨਾਂ ਦੇ ਕੋਈ ਡਿਸੈਂਡੈਂਟ ਕਿਤੇ ਕੀਰਤਨ ਕਰਦਾ ਹੈ ਤਾਂ ਜਦੋਂ ਭਾਈ ਮਰਦਾਨੇ ਕੇ ਕਹਿੰਦੇ ਨੇ, ਤਾਂ ਮੈਂ ਬਹੁਤ ਵਾਰ ਮਹਿਸੂਸ ਕਰਦਾ ਹਾਂ ਵੀ ਇਹ ਜਦੋਂ ਸਾਂਝਾਂ ਦੀ ਗੱਲ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨੇ ਦੀ ਰਬਾਬ ਸਾਈਂ ਮੀਆਂ ਮੀਰ ਤੋਂ ਸੰਗੇ ਬੁਨਿਆਦ ਦਰਬਾਰ ਸਾਹਿਬ ਦਾ ਰਖਾਣਾ ਹਰਿਮੰਦਰ ਸਾਹਿਬ ਦਾ, ਔਰ ਇਹ ਪੀਰ ਬੁੱਧੂ ਸ਼ਾਹ ਜਾਂ ਨਬੀ ਖਾਨ ਗਨੀ ਖਾਨ ਦੀਆਂ ਸਾਂਝਾਂ। ਸੋ 47 ਦੇ ਦੌਰ ਨੇ ਬਹੁਤ ਕੁਝ ਤੋੜਿਆ, ਲੇਕਿਨ ਇਸ ਖਿੱਤੇ ਦੇ ਵਿੱਚ ਇਹ ਠੀਕ ਹੈ ਕਿ ਬਹੁਤ ਸਾਰੇ ਅਦਰਵਾਈਜ਼ ਇਹਨਾਂ ਦੇ ਵੱਡੇ ਇਸ ਕਲੈਨ ਚੋਂ ਗੁਰਮਤ ਸੰਗੀਤ ਕੀਰਤਨ ਨਾਲ ਹੀ ਜੁੜੇ ਹੋਏ ਸੀ। ਫਿਰ ਸ਼ੋਬਿਜ਼ ਆਈ, ਮੌਕੇ ਬਣਦੇ ਚਲੇ ਗਏ, ਉਹ ਦਲੇਰ ਮਹਿੰਦੀ ਹੋਏ, ਉਹ ਦੂਸਰੇ ਲੋਕ ਹੋਣ ਜਿਨ੍ਹਾਂ ਦੇ ਪੇਰੈਂਟਸ ਦਲੇਰ ਮਹਿੰਦੀ ਆਪਣੇ ਪਿਓ ਦੇ ਨਾਲ ਤਖਤ ਪਟਨਾ ਸਾਹਿਬ ਕੀਰਤਨ ਕਰਦੇ ਸੀ, ਔਰ ਇਹ ਠੀਕ ਹੈ ਉਹਨਾਂ ਚੋਂ ਕੁਛ ਨੂੰ ਆਪਣਾ ਵਿਰਸਾ ਯਾਦ ਹੈ, ਆਪਣੀਆਂ ਜੜ੍ਹਾਂ ਕੁਛ ਨੂੰ ਨਹੀਂ। ਲੇਕਿਨ ਇਹਦੇ ਨਾਲ ਨਾਲ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਜਿਹੜੀ ਪੰਜਾਬੀ ਜ਼ਬਾਨ ਦੀ ਗੱਲ, ਜਿਹੜੀ ਅਸੀਂ ਮਾਂ ਬੋਲੀ ਪੰਜਾਬੀ ਦੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਉੱਤੇ ਵੀ ਕੀਤੀ, ਉਸ ਦੇ ਵਿੱਚ ਇਹਨਾਂ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਸਾਫ ਸੁਥਰੀ ਗਾਇਕੀ, ਇਸ 'ਚ ਕੋਈ ਸ਼ੱਕ ਨਹੀਂ ਕਿ ਇਸ 'ਚ ਜਦੋਂ ਇਹ ਡਿਸਓਨੈਸਟ ਮਨੀ ਮੇਕਿੰਗ ਐਲੀਮੈਂਟ ਪੌਪ ਕਲਚਰ ਦੇ ਨਾਂ ਥੱਲੇ ਵੜਿਆ, ਉਹਨਾਂ ਨੇ ਜਿਹੜਾ ਹੈ ਉਹ ਅਸ਼ਲੀਲਤਾ ਜਾਂ ਜਿਸ ਨੂੰ ਅਸੀਂ ਵਲਗੈਰਿਟੀ ਕਹਿੰਦੇ ਹਾਂ ਉਹ ਵੀ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਜਿਨ੍ਹਾਂ ਦਾ ਕਿਰਦਾਰ ਔਰ ਜਿਨ੍ਹਾਂ ਦੀ ਗਾਇਕੀ ਸਾਫ ਸੁਥਰੀ ਹੈ, ਹਾਲਾਂ ਜਿਵੇਂ ਮੈਂ ਕਿਹਾ ਕਿ ਵੀ ਮੈਂ ਸਿੱਧੇ ਤੌਰ 'ਤੇ ਕਦੇ ਵੀ ਨਾ ਉਹਨਾਂ ਨੂੰ ਬਹੁਤਾ ਸੁਣਿਆ, ਨਾ ਹੀ ਮੈਨੂੰ ਪਤਾ ਸੀ, ਪਰ ਅੱਜ ਕਿਉਂਕਿ ਇਹ ਪੰਜਾਬੀਆਂ ਦੀ ਫੀਲਿੰਗ ਹੈ ਉਸ ਜ਼ਬਾਨ ਨਾਲ ਜੁੜੇ ਹੋਏ, ਔਰ ਜਿਸ ਪੱਧਰ ਦੇ ਉੱਤੇ ਜਿਹੜੀਆਂ ਨੇ ਟ੍ਰਿਬਿਊਟਸ ਆਈਆਂ, ਅਸੀਂ ਵੀ TV 84 ਵੱਲੋਂ ਇਸ ਜੋੜੀ ਨੂੰ ਹੀ ਮੈਂ ਸਮਝਦਾ ਵੀ ਜਾਣਵਾੜਾ ਤਾਂ ਚਲਿਆ ਜਾਂਦਾ ਹੈ ਔਰ ਵੱਡੇ ਚੈਲੰਜਸ ਨੇ, ਲੇਕਿਨ ਇਹ ਅਸੀਂ ਸਮਝਦੇ ਹਾਂ ਵੀ ਸਾਡਾ ਹੀ ਉਸ ਧਰਤੀ ਦਾ ਇੱਕ ਪੁੱਤਰ ਜਿਹੜਾ ਆਪਣੀ ਮਾਂ ਬੋਲੀ ਨਾਲ ਜਿਹਨੇ ਵਫਾਦਾਰੀ ਕੀਤੀ, ਉਸ ਨੂੰ ਬੁਲੰਦੀਆਂ ਤੇ ਪਹੁੰਚਾਇਆ, ਉਹਨਾਂ ਨੂੰ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਂਦੇ ਹਾਂ। ਹੁਣ ਗੱਲ ਅਸੀਂ ਕਿਸਾਨ ਅੰਦੋਲਨ ਔਰ ਇੱਕ ਤਾਂ ਹੁੰਦਾ ਹੈ ਕਿ ਭਾਈ ਕਿਸ ਡਾਇਰੈਕਸ਼ਨ 'ਚ, ਔਰ ਮੈਨੂੰ ਵੈਸੇ ਇਸ ਗੱਲ ਦਾ ਥੋੜ੍ਹਾ ਦੁੱਖ ਵੀ ਹੁੰਦਾ ਹੈ ਕਿ ਜਦੋਂ ਅਸੀਂ ਕਿਸਾਨਾਂ ਦੇ ਉੱਤੇ ਵੱਡਾ ਸੈਗਮੈਂਟ ਵੀ ਕਰਦੇ ਹਾਂ, ਪਿਛਲੇ ਲਗਾਤਾਰਤਾ ਨਾਲ 3 ਮਹੀਨੇ ਤੋਂ ਕਰ ਰਹੇ ਹਾਂ, ਤੇ ਇਕੱਲੇ ਸੈਗਮੈਂਟ ਦੇ ਉੱਤੇ ਬਹੁਤਿਆਂ ਦੀ ਦਿਲਚਸਪੀ ਨਹੀਂ ਰਹੀ ਜੀ। ਬਿਲਕੁਲ। ਔਰ ਸ਼ਾਇਦ ਉਹਦਾ ਕਾਰਨ ਲੀਡਰਸ਼ਿਪ ਦੀ ਫੇਲਿਅਰ ਵੀ ਹੈ। ਬਿਲਕੁਲ। ਹਾਲਾਂਕਿ ਯੂਥ ਨੇ, ਨੌਜਵਾਨੀ ਨੇ ਆਪਣਾ ਤਨ ਮਨ ਧਨ ਇਸ ਦੇ ਵਿੱਚ ਦਿੱਤਾ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕੱਲ੍ਹ ਜਿੰਨਾ ਵੱਡਾ ਇਕੱਠ ਮਹਿਰਾਜ ਦੇ ਵਿੱਚ ਹੋਇਆ, ਬੇਸ਼ੱਕ ਅਸੀਂ ਇਸ ਦੇ ਉੱਤੇ ਆਪਣਾ ਡਾਈਸੈਂਟਿੰਗ ਨੋਟ ਦਿੱਤਾ ਸੀ ਕਿ ਉਹਨਾਂ ਨੂੰ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਹੈ ਇਹਦੇ ਪਿੱਛੇ ਆਪਣਾ ਇਵੇਂ ਅਗੇਨ ਭਾਰ ਨਹੀਂ ਸੀ ਸੁੱਟਣਾ ਚਾਹੀਦਾ, ਪਰ ਉਹਨਾਂ ਦਾ ਇੱਕ ਆਪਣਾ ਇਸ ਦੇ ਉੱਤੇ ਆਰਗੂਮੈਂਟ ਹੈ, ਔਰ ਅਸੀਂ ਉਹਦਾ ਰਿਸਪੈਕਟ ਕਰਦੇ ਹਾਂ ਕਿ ਅਸੀਂ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਪੰਜਾਬ ਦੀ ਕਿਰਸਾਨੀ ਵੰਡੀ ਗਈ ਹੈ, ਬਾਪੂ ਇੱਕ ਪਾਸੇ ਹੈ, ਪੁੱਤ ਇੱਕ ਪਾਸੇ ਹੈ। ਚਲੋ ਬੇਸ਼ੱਕ ਬਾਪੂ ਨੇ ਧੱਕਾ ਵੀ ਕੀਤਾ, ਬਾਪੂਆਂ ਨੇ ਰਲ ਕੇ, ਪਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਦੋਂ ਤੱਕ ਉਹ ਕਿਸਾਨ ਕਾਨੂੰਨਾਂ ਨੂੰ ਰੱਦ ਨਹੀਂ ਕਰਦੇ, ਵਾਪਸ ਕਰਵਾਉਣ ਦੇ ਲਈ ਅੜੇ ਹੋਏ ਨੇ। ਹਾਂ, ਜੇ ਉਹਨਾਂ ਕਮਜ਼ੋਰੀ ਵਿਖਾਈ ਤੇ ਫਿਰ ਅਸੀਂ ਅੱਗੇ ਆਵਾਂਗੇ। ਸੋ ਕੁੱਲ ਮਿਲਾ ਕੇ ਇੱਕ ਪਾਸਾ ਤਾਂ ਇਹ ਹੈ, ਸੋ ਇਹਦੇ ਨਾਲ ਇਹ ਜ਼ਰੂਰ ਹੋਇਆ, ਔਰ ਮੈਂ ਅੱਜ ਦੇਖ ਰਿਹਾ ਸੀ ਕਿ 1-2 ਕਾਮਰੇਡ ਕਿਸਮ ਦੇ ਪੱਤਰਕਾਰ ਜਿਹੜੇ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਜਾਂ ਇਹਨਾਂ ਸਾਰਿਆਂ ਦੇ ਖਾਤੇ 'ਚ 26 ਜਨਵਰੀ ਦੀਆਂ ਘਟਨਾਵਾਂ ਨੂੰ ਪਾ ਕੇ ਕਹਿੰਦੇ ਸੀ ਜੀ ਬੇੜਾ ਗਰਕ ਕਰਤਾ, ਬੇੜਾ ਗਰਕ ਕਰਤਾ, ਉਹਨਾਂ ਨੂੰ ਵੀ ਹੁਣ ਲੱਗਣ ਲੱਗ ਗਿਆ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਨੰਬਰਸ ਬੋਲਦੇ ਨੇ, ਗਿਣਤੀ ਬੋਲਦੀ ਹੈ। ਔਰ ਮੈਂ ਸਮਝਦਾ ਵੀ ਸ਼ਾਇਦ ਪੰਜਾਬ ਦੇ ਬਹੁਤ ਵਾਰ ਜਿਹੜੇ ਅਸੀਂ ਮੈਡੀਕਲ ਫੀਲਡ ਨਾਲ ਜੁੜੇ ਹੋਏ ਲੋਕਾਂ ਵੱਲ ਜੇ ਧਿਆਨ ਦਈਏ
ਕਿ ਜਦੋਂ ਕੋਈ ਬਿਮਾਰ ਹੁੰਦਾ ਸੀ, ਹੁਣ ਤਾਂ ਚਲੋ ਕਸਬਿਆਂ 'ਚ ਪਿੰਡਾਂ 'ਚ ਵੀ ਚੰਗੇ ਹਸਪੀਟਲ ਵੱਡਿਆਂ 'ਚ ਪਹੁੰਚ ਗਏ, ਤੇ ਜਦੋਂ ਕਿਸੇ ਨੇ ਵੀ ਮਰੀਜ਼ ਨੂੰ ਸ਼ਹਿਰ ਲੈ ਕੇ ਆਉਣਾ ਤੇ 5-7 ਟਰਾਲੀਆਂ ਨਾਲ ਬੰਦਿਆਂ ਦੀਆਂ ਵੀ ਭਰ ਕੇ ਆਉਂਦੀਆਂ ਸੀ। ਔਰ ਬਹੁਤ ਵਾਰੀ ਜਿਹੜੇ ਸ਼ਹਿਰੀ ਮਿਜ਼ਾਜ ਡਾਕਟਰ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਮਰੀਜ਼ ਹੈ ਇਹ ਦੂਜਾ ਸਾਰਾ, ਪਰ ਇਹ ਕਿਉਂਕਿ ਸਾਈਕੀ 'ਚ ਹੈ ਕਿ ਵੀ ਜਦੋਂ ਤੱਕ ਬੰਦੇ ਖੜੇ ਨਾ ਹੋਣ ਦੂਜਾ ਸਮਝਿਆ ਹੀ ਨਹੀਂ ਕੁਛ। ਸੋ ਉਹ ਕੱਲਾ ਬਦਲੀ ਰਕਵਾਉਣ ਤੱਕ ਨਹੀਂ, ਜਦੋਂ ਵਜ਼ੀਰ ਨੂੰ ਵੀ ਮੰਨਣ ਜਾਂਦੇ ਨੇ ਉਦੋਂ ਵੀ ਟਰਾਲੀ ਭਰ ਕੇ ਲਿਜਾਂਦੇ ਨੇ ਕਿ ਵੀ ਪਤਾ ਹੋਏ ਜੀ ਇਹਦੇ ਮਗਰ ਇੰਨੇ ਬੰਦੇ ਨੇ। ਔਰ ਸ਼ਾਇਦ ਜਿੱਥੇ ਹੈ ਹੀ ਇਹ ਕਿ ਭਾਈ ਲਾਠੀ ਬੜੀ ਕੇ ਭੈਂਸ, ਕਿ ਵੀ ਕੀ ਜਿਹੜਾ ਉਹ ਕਿਹਦਾ ਜ਼ੋਰ ਚੱਲਦਾ ਹੈ ਨਾ, ਕਿ ਵੀ ਅਲਟੀਮੇਟਲੀ ਲਾਠੀ ਦਾ ਜ਼ੋਰ ਹੈ, ਲਾਠੀ ਬੰਦਿਆਂ ਨਾਲ ਹੈ। ਇਸ ਲਈ ਹਰ ਥਾਂ ਬੰਦੇ ਮਰੀਜ਼ ਦਾਖਲ ਕਰਾਉਣ ਜਾਣਾ, ਉਹਦੇ ਪਿੱਛੇ ਵੀ ਨਾਲ ਪੂਰੀ ਫੌਜ ਇਕੱਠੀ, ਉਹ ਬਾਹਰ ਕੱਢਦੇ ਰਹਿੰਦੇ ਨੇ ਹਸਪਤਾਲ ਤੋਂ ਜੀ ਨਿਕਲੋ, ਉਹ ਬਾਕੀ ਮਰੀਜ਼ਾਂ ਨੂੰ ਕਰ ਰਹੇ ਨੇ ਫਿਰ। ਪਰ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਕੱਲ੍ਹ ਦਾ ਮਹਿਰਾਜ ਦਾ ਇਕੱਠ ਹੈ, ਜਿਹੜੀ ਅੱਜ ਜਦੋਂ ਮੈਂ ਬਦਲੀ ਸੁਰ ਦੇਖ ਰਿਹਾ ਸੀ ਉਹਨਾਂ ਪੱਤਰਕਾਰਾਂ ਦੀ, ਕਿ ਦੇਖੋ ਜੀ ਉਹਨਾਂ ਨੇ ਫਿਰ ਵੀ ਆਪਣੀ ਸਪੋਰਟ ਦੇ ਦਿੱਤੀ ਹੈ। ਗੱਲ ਇਹ ਨਹੀਂ ਹੈ ਵੀ ਉਹ ਤਾਂ ਪਹਿਲਾਂ ਹੀ ਦੇ ਰਹੇ ਸੀ, ਉਹਨਾਂ ਨੇ ਕਦੇ ਵੀ ਨਹੀਂ ਕਿਹਾ, ਲੇਕਿਨ ਜਿਹੜਾ ਉੱਥੇ ਹਜ਼ਾਰਾਂ ਦਾ ਇਕੱਠ ਹੋਇਆ, ਮੀਲਾਂ ਤੱਕ ਜਿਹੜੇ ਲੋਕ ਆਏ ਔਰ ਆਪ ਮੁਹਾਰੇ ਆਏ, ਉਹਨੇ ਇਹਨਾਂ ਨੂੰ ਦੱਸ ਦਿੱਤਾ ਹੈ ਕਿ ਭਾਈ ਜੇ ਤੁਸੀਂ ਇਹ ਸਮਝਦੇ ਸੀ ਕਿ ਤੁਹਾਡਾ ਕਿਸੇ ਨੂੰ ਗਦਾਰ ਕਹਿਣਾ, ਉਹਨੂੰ ਕੱਟ ਕੇ ਸੁੱਟਣ ਦੀ ਲਾਈਨ, ਉਹ ਲੋਕਾਂ ਨੇ ਨਹੀਂ ਕਬੂਲੀ ਹੈ। ਲੋਕ ਔਰ ਨੌਜਵਾਨੀ ਕਿਸ ਪਾਸੇ ਖੜੀ ਹੈ। ਸੋ ਇਹ ਚਲੋ ਇੱਧਰਲੋਂ ਬੰਦਿਆਂ ਨਾਲ ਮੈਸੇਜ ਵੀ ਚਲਾ ਗਿਆ, ਔਰ ਦੂਸਰੇ ਪਾਸੇ ਲੀਡਰਸ਼ਿਪ ਵੀ ਅਜੇ ਤੱਕ ਉਹਨਾਂ ਨੇ ਕੋਈ ਇਹ ਤਾਂ ਨਹੀਂ ਹੈ ਕਿ ਅੱਗੇ ਵੱਧ ਕੇ ਕਿਹਾ ਕਿ ਜੀ ਸਾਡੀ ਭੁੱਲ ਹੋ ਗਈ, ਗਲਤੀ ਹੋ ਗਈ ਔਰ ਸਾਡੇ ਬੱਚੇ ਨੇ ਇੰਨਾ ਹੁੰਦਾ ਤੇ ਉਹ ਭੁੱਲ ਕਰਦੇ ਵੀ ਨਾ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਮੈਨੂੰ ਫਿਕਰ ਹੈ, ਔਰ ਇਹ ਜੇ ਅਸੀਂ ਉਹ ਪਾਕਿਸਤਾਨ ਦੇ ਕੁਝ ਟੀਵੀ ਐਂਕਰ ਨੇ ਜਿਹੜੇ ਅੱਧਾ ਟਾਈਮ ਇਹੀ ਕਹਿਣਗੇ ਜਦੋਂ ਕੁਝ ਵਾਪਰ ਜਾਂਦਾ, ਫਿਰ ਕਹਿਣਗੇ ਜੀ ਜ਼ਰਾ दिखाइए वो शॉट मैंने क्या कहा था 3 हफ्ते पहला, वो फिर कट के दिखान, देखो मैंने तो कहा था। सो मैनू कई बार ये लगता होंगे कि भी ये एक शायद बोस्टिंग भी होंगी है, हालांकि पोलिटिकली कोई भी तुहाडी प्रैडिक्शन गलत भी हो सकती है, ठीक भी हो सकती है, पर मैनू एक गल का हमेशा ये रहा, क्योंकि 26 जनवरी इसलिए भी क्रूशल है कि साडे एंगल तो बेस्ट मोमेंट सी, झंडा लहरा लिया और उस तो बाद वो अपना काम कर दिता, वो एक तारीखी दिन बन गया। पर उस तो फौरन बाद जिस अंदाज 'ਚ ਟਕੈਤ ਭਰਾਵਾਂ ਨੇ, ਔਰ ਹੁਣ ਉਹ ਟਕੈਤਾਂ ਦੇ ਤਾਂ ਨਾਂ ਵੀ ਵਿੱਚ ਮਿਕਸ ਹੋ ਜਾਂਦੇ ਨੇ, ਜਿਹੜਾ ਮੌਕੇ 'ਤੇ ਜਿਸ ਦੇ ਬਿਆਨ ਚਾਰਜ ਫਿਰੇ ਕੋਰਟ ਹੁੰਦੇ ਨੇ, ਜਿਹਦੇ ਅਥਰੂਆਂ ਨੇ ਮੂਵਮੈਂਟ ਨੂੰ ਜਿਵੇਂ ਕਹਿੰਦੇ ਨੇ ਵਾਪਸ ਮੋੜ ਲਿਆਂਦਾ, ਰਾਕੇਸ਼ ਟਕੈਤ, ਔਰ ਇਹਨਾਂ ਦਾ ਦੂਸਰਾ ਭਰਾ ਜਿਹੜਾ ਉਹ ਨਰੇਸ਼ ਟਕੈਤ ਹੈ। ਔਰ ਇਹ ਸਾਰੇ ਦੇ ਥੱਲੇ ਉਹਨਾਂ ਦੀਆਂ ਬਿਆਨਬਾਜ਼ੀਆਂ ਵੀ ਨੇ, ਇੱਕ ਜਿਹੜਾ ਉਹ ਮਹਾਂ ਪੰਚਾਇਤਾਂ ਸਾਂਭ ਰਿਹਾ ਹੈ, ਦੂਸਰਾ ਮੌਕੇ 'ਤੇ ਹੈ ਵੈਸੇ ਜਿਹੜਾ ਜ਼ਿਆਦਾ ਚਿਹਰਾ ਸਾਹਮਣੇ ਆਉਂਦਾ ਹੈ ਉਹ ਦੂਸਰੇ ਟਕੈਤ ਦਾ ਆਉਂਦਾ ਹੈ, ਜਿਹੜੇ ਨਰੇਸ਼ ਟਕੈਤ ਨੇ ਸ਼ਾਇਦ ਇਹਨਾਂ ਦੇ ਰਾਕੇਸ਼ ਟਕੈਤ, ਔਰ ਰਾਕੇਸ਼ ਟਕੈਤ ਨਰੇਸ਼ ਟਕੈਤ ਇਹ ਦੋਨੋਂ ਹੀ ਮਿਕਸ ਭਰਾ ਹੋਏ ਨੇ। ਲੇਕਿਨ ਇੱਕ ਗੱਲ ਜਿਹੜੀ ਅਸੀਂ ਬੜੇ ਮੁੱਢਲੇ ਦਿਨਾਂ 'ਚ ਕਹੀ ਸੀ ਕਿ ਭਾਈ ਇੱਕ ਤਾਂ ਲੀਡਰਸ਼ਿਪ ਸ਼ਿਫਟ ਹੋ ਗਈ, ਬਿਲਕੁਲ। ਫਿਰ ਜਦੋਂ ਅਸੀਂ ਮੀਡੀਆ ਦਾ ਅੰਦਾਜ਼ ਦੇਖਿਆ ਕਿ ਬਿਲਟ ਕਰ ਰਹੇ ਸੀ ਦੇ ਬਾਵਜੂਦ ਕਿ ਕੋਈ ਜਿਹੜਾ 40 ਜਥੇਬੰਦੀਆਂ ਦਾ ਇਕੱਠ ਜਾਂ ਜਿਹੜੀ ਸਟਰੈਂਥ ਹੈ ਉਹ ਤਾਂ ਉੱਥੇ ਹੀ ਸੀ, ਥੋੜ੍ਹੇ ਬਹੁਤ ਘਟੀ, ਫਿਰ ਵਾਪਸ ਆ ਗਏ ਕਿਉਂਕਿ ਨੌਜਵਾਨਾਂ ਨੇ ਆਪਣੇ ਆਪ ਨੂੰ ਡਿਸਐਸੋਸ਼ੀਏਟ ਨਹੀਂ ਕੀਤਾ। ਫਿਰ ਜਿਹੜੇ ਸਾਡੇ ਵੀ ਥੋੜ੍ਹੇ ਬਹੁਤ ਸਾਧਨ ਨੇ, ਜਦੋਂ ਅਸੀਂ ਕਿਸੇ ਵੱਲ ਦੇਖਦੇ ਹਾਂ, ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਇੱਕ ਗੱਲ ਸਾਡੇ ਨੋਟਿਸ 'ਚ ਆਈ ਕਿ ਇਹ ਰਾਜਨਾਥ ਸਿੰਘ ਦੇ ਬਹੁਤ ਕਰੀਬ ਨੇ ਦੋਨੋਂ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਹਿੰਦਰ ਸਿੰਘ ਟਕੈਤ ਇਹਨਾਂ ਦਾ ਪਿਤਾ, ਜਿਹਨੇ ਬਹੁਤ ਵੱਡਾ ਜਿਹੜਾ ਉਹ ਕਿਸਾਨ ਅੰਦੋਲਨ ਔਰ ਲੱਖਾਂ ਲੋਕ ਇਕੱਠੇ ਕੀਤੇ ਸੀ, ਇਹ ਤਾਂ ਸਿੰਘੂ ਜਾਂ ਟਿਕਰੀ ਜਾਂ ਗਾਜ਼ੀਪੁਰ ਬੈਠੇ ਨੇ, ਉਹ ਤਾਂ ਪਾਰਲੀਮੈਂਟ ਬਿਲਡਿੰਗ, ਇੰਡੀਆ ਗੇਟ, ਲਾਲ ਕਿਲ੍ਹਾ ਸਾਰਿਆਂ 'ਚ ਹੀ ਪਹੁੰਚ ਗਏ ਸੀ, ਉੱਥੇ ਗੰਨੇ ਦਾ ਰਸ ਕੱਢਦੇ ਸੀ ਕੋਲੂ ਲਾ ਕੇ, ਕੁਲਾੜੀ ਲਾ ਕੇ, ਔਰ ਦਿੱਲੀ ਵਾਲਿਆਂ ਨੂੰ ਵਕਤ ਪੈ ਗਿਆ ਸੀ, ਸਭ ਕੁਝ ਬੰਦ ਹੋ ਗਿਆ ਸੀ, ਸੈਕਟਰੀਏਟ ਤੋਂ ਲੈ ਕੇ ਦੂਜੇ ਤੀਜੇ ਵੀ ਇਹਨਾਂ ਨੂੰ ਕੱਢੀਏ ਕਿੱਦਾਂ ਹੁਣ। ਔਰ ਲੇਕਿਨ ਉਹਨਾਂ ਦਾ ਜਿਹੜਾ ਓਵਰਆਲ ਕੁੱਲ ਮਿਲਾ ਕੇ ਕੋਈ ਬਹੁਤੀ ਪ੍ਰਾਪਤੀ ਨਹੀਂ ਸੀ। ਔਰ ਇਹਨਾਂ ਦੇ ਹਵਾਲੇ ਨਾਲ ਤਾਂ 2019 ਦੇ ਵਿੱਚ ਇਹਨਾਂ ਟਕੈਤ ਭਰਾਵਾਂ ਨੇ ਖੁੱਲ੍ਹ ਕੇ ਬੀਜੇਪੀ ਦੀ ਮਦਦ ਕੀਤੀ। ਇਸ ਤੋਂ ਪਹਿਲਾਂ ਇਹ ਵੀ ਇਲਜ਼ਾਮ ਹੈ, ਪਤਾ ਨਹੀਂ ਇਲਜ਼ਾਮ ਹੀ ਹੁੰਦਾ ਕਿ ਭਾਈ ਜਿਹੜਾ ਮੁਜ਼ੱਫਰਨਗਰ ਰਾਈਟਿੰਗ ਦੇ ਨਾਂ ਥੱਲੇ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ, ਉਹਦੇ 'ਚ ਵੀ ਇਹਨਾਂ ਨੇ ਜੇ ਪਾਰਟਿਸਿਪੇਟ ਨਹੀਂ ਕੀਤਾ ਤੇ ਐਟਲੀਸਟ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਅਦਰਵਾਈਜ਼ ਇਹ ਵੈਸਟਰਨ ਯੂਪੀ 'ਚ ਜਾਟ ਔਰ ਮੁਸਲਮਾਨ ਇੱਕ ਐਂਟੀਟੀ ਰਹੇ। ਜਿੰਨੀ ਦੇਰ ਇਹਨਾਂ ਦਾ ਪਿਓ ਮਹਿੰਦਰ ਸਿੰਘ ਟਕੈਤ ਰਿਹਾ ਜਾਂ ਉਸ ਤੋਂ ਵੀ ਪਹਿਲਾਂ ਚੌਧਰੀ ਚਰਨ ਸਿੰਘ ਇਸ ਬੈਲਟ ਦਾ ਲੀਡਰ ਸੀ,
ਮੁਸਲਮਾਨਾਂ ਨੂੰ, ਹਾਲਾਂ ਚੌਧਰੀ ਚਰਨ ਸਿੰਘ ਵੀ ਬੜਾ ਮੁਤਸਬੀ ਕਿਸਮ ਦਾ ਆਰੀਆ ਸਮਾਜੀ ਹਿੰਦੂ ਸੀ, ਲੇਕਿਨ ਉਹ ਜਿਹੜਾ ਉਹ ਪ੍ਰੋਟੈਕਟਿਵ ਐਟੀਟਿਊਡ ਸੀ। ਪਰ ਮੁਜ਼ੱਫਰਨਗਰ ਦੰਗਿਆਂ ਤੋਂ ਬਾਅਦ ਜੋ ਮੁਸਲਮਾਨਾਂ ਦੇ ਨਾਲ ਹੋਇਆ 2019 'ਚ, ਫਿਰ ਇਹ ਜਿਵੇਂ ਉਸ ਸਾਰੇ ਦੇ ਨਾਲ ਰਲੇ ਜਾ ਕੇ ਬੀਜੇਪੀ ਦੇ ਨਾਲ, ਹੁਣ ਕਹਿੰਦੇ ਜੀ ਹਮਸੇ ਗਲਤੀ ਹੋਈ, ਲੇਕਿਨ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਸਵਾਲੀਆ ਨਿਸ਼ਾਨ ਵਾਲਾ ਪਾਰਟ ਜ਼ਰੂਰ ਆਇਆ ਕਿ ਅਸੀਂ ਧਿਆਨ ਦਈਏ ਵੀ ਗੱਲ ਕਿੱਧਰ ਨੂੰ ਜਾ ਸਕਦੀ ਹੈ। ਫਿਰ ਰਾਜਨਾਥ ਸਿੰਘ ਵਾਲਾ ਪਾਰਟ, ਲੇਕਿਨ ਕੁਛ ਹਲਕਿਆਂ ਵੱਲੋਂ ਸੀ ਨਹੀਂ ਹੁਣ ਇਹ ਸੁਧਰ ਗਏ ਨੇ, ਔਰ ਦੂਜਾ ਅਸੀਂ ਹੋਪ ਕਰਦੇ ਹਾਂ, ਮੈਂ ਕੋਈ ਇਹ ਨਹੀਂ, ਪਰ ਕਈ ਵਾਰ ਜਿਹਨੂੰ ਇਹ ਕਿਹਾ ਜਾਂਦਾ ਹੈ ਗੁਰਬਾਣੀ 'ਚ ਅਸੀਂ ਕਹਿੰਦੇ ਹਾਂ ਕਿ ਵੀ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਿਹਾ ਵਾਓ, ਕਿ ਬਹੁਤ ਵਾਰ ਜਿਹੜੀ ਗੱਲ ਤੁਹਾਡੇ ਅੰਦਰ ਹੁੰਦੀ ਹੈ ਉਹ ਨਿਕਲ ਆਉਂਦੀ ਹੈ ਮੂੰਹ ਤੋਂ, ਭਾਵੇਂ ਮੂੰਹ 'ਚੋਂ ਹਵਾ ਨਿਕਲਦੀ ਹੈ, ਪਰ ਕਈ ਵਾਰੀ ਤੁਹਾਡੇ ਅੰਦਰ ਲੁਕੀ ਹੋਈ ਗੱਲ ਜਿਹੜੀ ਹੈ ਉਹ, ਜਿਹਨੂੰ ਇੱਥੇ ਇੱਕ ਲਫ਼ਜ਼ ਫਰੂਡੀਅਨ ਸਲਿੱਪ ਕਹਿੰਦੇ ਨੇ, ਕਿ ਨਿਕਲਦੀ ਪਰ ਹੁੰਦੀ ਹੈ ਕਿਤੇ ਨਾ ਕਿਤੇ। ਹੁਣ ਅੱਜ ਇੱਕ ਸਟੇਟਮੈਂਟ ਜਿਹੜੀ ਨਰੇਸ਼ ਟਕੈਤ, ਜਿਹੜੇ ਦੂਸਰੇ ਭਰਾ ਮਹਾਪੰਚਾਇਤਾਂ ਕੰਟਰੋਲ ਕਰਦੇ, ਉਹਨੇ ਦਿੱਤੀ ਕਿ ਕੇਜਡ ਪੈਰਟ ਰਾਜਨਾਥ ਸਿੰਘ could resolve impasse if allowed to talk to farmers, ਨਰੇਸ਼ ਟਕੈਤ। ਉਹਨਾਂ ਨੇ ਹੁਣ ਇਹ ਭਰਾ ਕਹਿ ਰਿਹਾ ਹੈ ਕਿ ਵੀ ਉਹਨੂੰ ਜਿਹੜਾ ਪਿੰਜਰੇ ਦਾ ਤੋਤਾ ਬਣਾਇਆ ਹੋਇਆ ਰਾਜਨਾਥ ਸਿੰਘ, ਇਹਦੇ 'ਚ ਕੋਈ ਸ਼ੱਕ ਨਹੀਂ, ਲਫ਼ਜ਼ ਉਹਨੇ ਠੀਕ ਇਸਤੇਮਾਲ ਕੀਤਾ ਕਿ ਪਿੰਜਰੇ ਦਾ ਤੋਤਾ, ਕਿਉਂਕਿ ਸੀਨੀਅਰ ਮੋਸਟ ਸੀ ਪਿਛਲੀ ਮਿਨਿਸਟਰੀ ਵੇਲੇ, ਉਹ ਹੋਮ ਮਿਨਿਸਟਰ ਸੀ, ਅਮਿਤ ਸ਼ਾਹ ਨੂੰ ਲਿਆ ਕੇ ਹੋਮ ਮਿਨਿਸਟਰ ਬਣਾਉਣਾ, ਉਹਨੂੰ ਡਿਫੈਂਸ ਔਰ ਦੂਸਰੇ ਪਾਸੇ ਧੱਕ ਦੇਣਾ। ਔਰ ਤੁਸੀਂ ਕਦੇ ਵੀ ਦੇਖੋਗੇ ਕਿ ਮੀਡੀਆ 'ਚ ਮੋਦੀ ਔਰ ਅਮਿਤ ਸ਼ਾਹ ਤੋਂ ਬਿਨਾਂ ਤੀਸਰੇ ਕਿਸੇ ਹੋਰ ਦੇ ਬਿਆਨ ਨਹੀਂ ਲੱਗਦੇ। ਹੁਣ ਐਗਰੀਕਲਚਰ ਸਬਜੈਕਟ ਨੂੰ ਲੈ ਕੇ ਨਰਿੰਦਰ ਤੋਮਰ ਅੱਗੇ ਕੀਤਾ ਹੋਇਆ। ਹੁਣ ਇੱਕ ਐਫੀਸ਼ੀਐਂਟ ਮਿਨਿਸਟਰ, ਯੂਪੀ ਦਾ ਚੀਫ ਮਿਨਿਸਟਰ ਵੀ ਰਿਹਾ, ਰਾਜਪੂਤ ਬੈਕਗਰਾਊਂਡ ਪਰ ਕਿਰਸਾਨੀ ਨਾਲ ਜੁੜਿਆ ਹੋਇਆ ਹੈ, ਲੇਕਿਨ ਉਹਨੂੰ ਇਸ ਸਾਰੇ ਮੁੱਦੇ ਦੇ ਉੱਤੇ ਈਵਨ ਜਿਹੜੇ 10-11 ਦੌਰ ਗੱਲਬਾਤ ਦੇ ਚੱਲੇ, ਰਾਜਨਾਥ ਸਿੰਘ ਦਾ ਕਿਤੇ ਉਹ ਉਸ ਟੀਮ ਦਾ ਹਿੱਸਾ ਨਹੀਂ ਸੀ। ਹੁਣ ਟਕੈਤ ਭਰਾ ਦਾ ਇਹ ਕਹਿਣਾ ਕਿ ਭਾਈ ਭਾਵੇਂ ਉਹ ਜੇ ਪਿੰਜਰੇ ਦਾ ਤੋਤਾ ਤੁਸੀਂ ਰਾਜਨਾਥ ਸਿੰਘ ਕੱਢੋ, ਬਿਲਕੁਲ, ਤੇ ਉਹੀ ਹੈ ਜਿਹੜਾ ਇਸ ਦਾ ਹੱਲ ਲੱਭ ਸਕਦਾ ਹੈ। ਇਹ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਗੱਲ ਕਿਸੇ ਪਾਸੇ ਵੱਲ ਜਾ ਰਹੀ ਹੈ, ਔਰ ਜ਼ਾਹਰ ਹੈ ਕਿ ਮਰਦਾ ਕੀ ਨਹੀਂ ਕਰਦਾ। ਜੇ ਮੋਦੀ ਐਂਡ ਕੰਪਨੀ ਨੂੰ ਇਹ ਲੱਗੇ ਕਿ ਭਾਈ ਅਜੇ ਤਾਂ ਉਹਨਾਂ ਨੂੰ ਲੱਗਦਾ ਵੀ ਇਹਦੇ 'ਚੋਂ ਫਾਇਦਾ ਕੱਢਣਗੇ, ਔਰ ਜਿਹੜੇ 4-5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਬੰਗਾਲ ਹੈ, ਪੌਂਡੀਚੇਰੀ ਹੈ, ਅਸਾਮ ਹੈ, ਤਮਿਲਨਾਡੂ ਹੈ, ਉਹ ਆਪਣੇ ਸਟਰੋਂਗ ਮੈਨ ਦਾ ਇਮੇਜ ਦੇਣਾ ਚਾਹੁੰਦੇ ਨੇ, ਔਰ ਜੇ ਇਹਨਾਂ ਨੇ ਰਾਜਨਾਥ ਸਿੰਘ ਨੂੰ ਬੈਕ ਚੈਨਲ ਲਈ ਰੱਖਿਆ ਤੇ ਇਮੀਡੀਏਟ ਨਹੀਂ ਕਰਨਗੇ, ਕਿਉਂਕਿ ਜਦੋਂ ਤੁਸੀਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਦੇਖਦੇ ਹੋ, ਅੱਜ ਹੀ ਤੋਮਰ ਦੀ ਸਟੇਟਮੈਂਟ ਵੀ ਆਈ ਹੈ, ਗਵਰਨਮੈਂਟ ਰੈਡੀ ਟੂ ਟਾਕ ਵਿਦ ਪ੍ਰੋਟੈਸਟਿੰਗ ਫਾਰਮਰਸ, ਪਰ ਉਹਨੇ ਕਿਹਾ ਜੀ ਅਸੀਂ ਤਿਆਰ ਹੈ, ਔਰ ਉਹਨੇ ਕਿਹਾ ਕਿ ਵੀ ਹੈਵ ਪੁੱਟ ਆਵਰ ਆਫਰ ਟੂ ਪੁੱਟ ਦਾ 3 contentious farm laws on hold for 1.5 years and work out the differences during that time through a joint committee, ਕਿ ਇੱਕ ਸਾਂਝੀ ਕਮੇਟੀ ਕਿਸਾਨਾਂ ਸਰਕਾਰ ਦੀ ਬਣ ਜਾਏ, 18 ਮਹੀਨੇ ਲਈ ਅਸੀਂ ਇਹਨਾਂ ਨੂੰ ਸਸਪੈਂਡ ਕਰਦੇ ਹਾਂ। ਹਾਲਾਂ ਆਫਰ ਤਾਂ ਉਹੀ ਹੈ, ਲੇਕਿਨ ਹੁਣ ਤੱਕ ਜਿਹੜਾ ਕੁਛ ਦਿਨ ਪਹਿਲਾਂ ਕਹਿ ਰਿਹਾ ਸੀ ਜੀ ਭੀੜ ਇਕੱਠੀ ਕਰਨ ਨਾਲ ਕਾਨੂੰਨ ਤਾਂ ਨਹੀਂ ਬਦਲਦੇ, ਜੇ ਉਹ ਦੁਬਾਰਾ ਕਹਿ ਰਿਹਾ ਹੈ, ਔਰ ਟਕੈਤ ਬ੍ਰਦਰਸ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਉਹਨੂੰ ਪਿੰਜਰੇ ਦੇ ਤੋਤੇ ਨੂੰ ਬਾਹਰ ਕੱਢੋ, ਉਹੀ ਤੋੜ ਸਕਦਾ ਹੈ। ਹੁਣ ਇਸ ਬੈਕਡ੍ਰੌਪ ਦੇ ਵਿੱਚ ਇਹ ਵੀ ਇੱਕ ਤਰੀਕਾ ਹੁੰਦਾ ਹੈ ਕਿ ਇੱਕ ਪਾਸੇ ਤੁਸੀਂ ਚੱਕਵੇਂ ਬਿਆਨ ਦਿੰਦੇ ਹੋ, ਬਿਲਕੁਲ, ਦੂਸਰੇ ਪਾਸੇ ਤੁਸੀਂ ਸਮਝੌਤੇ ਦੀ ਗੱਲ ਵੀ ਕਰਦੇ ਹੋ। ਹੁਣ ਜਿਹੜਾ ਬਿਆਨ ਦੂਸਰੇ ਟਕੈਤ ਭਰਾ ਨੇ ਲਗਾਤਾਰਤਾ ਨਾਲ ਦਿੱਤਾ ਹੈ, ਔਰ ਉਸ ਦਾ ਅਸੀਂ ਦੇਖਦੇ ਹਾਂ ਕਿ ਵੀ ਰਾਕੇਸ਼ ਟਕੈਤ ਨੇ ਕੀ ਕਿਹਾ ਇਹਨਾਂ ਦਿਨਾਂ 'ਚ, ਜੇ ਉਹਦੇ ਲਫ਼ਜ਼ਾਂ ਦੇ ਵਿੱਚ ਹੀ, ਕਿਉਂਕਿ ਉਹ ਹਿੰਦੀ ਬੋਲਦੇ ਨੇ ਪੂਰੀ ਮੰਜੀ ਹੋਈ, ਤਾਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਕਾਨ ਖੋਲ ਕਰ ਸੁਣ ਲੋ ਰੇ ਦਿੱਲੀ, ये किसान भी वही हैं और ट्रैक्टर भी वही होंगे, अब संसद का घेराव होगा, इस बार 4 लाख नहीं 40 लाख ट्रैक्टर आएंगे। ਹੁਣ ਇੱਕ ਪਾਸੇ ਇਹ ਬਿਆਨ ਹੈ ਕਿ ਜੀ ਹੁਣ 4 ਲੱਖ ਤਾਂ ਤੁਹਾਡੇ ਤੋਂ ਸਾਂਭੇ ਨਹੀਂ ਗਏ, ਔਰ ਤੁਸੀਂ ਉਹਨੂੰ ਜਿਹੜਾ ਉਹ ਸਿੱਖ ਨੌਜਵਾਨਾਂ ਦੇ ਖਾਤੇ 'ਚ ਪਾ ਦਿੱਤਾ ਕਿ ਜੀ ਉਹਨਾਂ ਨੇ ਕਰ ਦਿੱਤਾ, ਹੁਣ ਤੁਸੀਂ 40 ਲੱਖ ਦੀ ਗੱਲ ਕਰ ਰਹੇ ਹੋ। ਫਿਰ ਉਹ ਇੱਥੇ ਹੀ ਨਹੀਂ ਰੁਕਿਆ, ਉਹ ਇਹ ਕਹਿ ਰਿਹਾ ਹੈ तिरंगा भी फहरेगा, पार्लियामेंट पर फहरेगा, ये कान खोल कर सुन लो, ये ट्रैक्टर जाएंगे वहीं और हल के साथ जाएंगे,
उन पार्कों में पार्लियामेंट के बाहर जहां साल 1988 में आंदोलन हुआ, जो पार्क हैं वहां पर ट्रैक्टर चलेगा, वहां पर खेती होगी कि ਅਸੀਂ ਪਾਰਲੀਮੈਂਟ ਦੇ ਬਾਹਰ ਜਿਹੜੇ ਪਾਰਕ ਨੇ ਉਹ ਪੱਧਰੇ ਕਰ ਦੇਵਾਂਗੇ, ਉੱਥੇ ਅਸੀਂ ਟਰੈਕਟਰ ਚਲਾਵਾਂਗੇ। ਫਿਰ ਕੱਲ ਇੰਡੀਆ ਗੇਟ, ਹੁਣ ਇੰਡੀਆ ਗੇਟ ਉਹ ਹੈ, ਲਾਲ ਕਿਲਾ ਤਾਂ ਇੱਕ ਪੋਲੀਟੀਕਲ ਐਂਟੀਟੀ ਦੇ ਨਾਤੇ ਹੈ ਔਰ ਹੁਣ ਤਾਂ ਲੋਕਾਂ ਲਈ ਖੁੱਲ੍ਹਾ, ਲੇਕਿਨ ਇੰਡੀਆ ਗੇਟ ਜਿੱਥੇ ਸ਼ਹੀਦ ਜਵਾਨਾਂ ਦੇ ਨਾਂ ਦੀ ਜੋਤੀ ਜਗਦੀ ਹੈ ਔਰ ਉਹਨੂੰ ਸੈਕਰਡ ਸਪॉट बनाया ਹੋਇਆ ਹੈ, ਉਹਦੇ ਬਾਰੇ ਕਹਿ ਰਿਹਾ ਹੈ। जो इंडिया गेट है वहाँ जो पार्क हैं वहाँ ट्रैक्टर चलेगा, खेती जुताई वहीं पर होगी, या तो बिल वापस ले ले, MSP पर कानून बनाए, नहीं तो घेराबंदी दिल्ली की पक्की होगी। ਹੁਣ ਇਸ ਮੁੱਦੇ ਦੇ ਉੱਤੇ ਵੀ ਅਸੀਂ 2-3 ਦਿਨ ਪਹਿਲਾਂ ਇਹ ਕਿਹਾ ਸੀ ਕਿ ਭਾਈ ਕਿਤੇ ਅੱਗੇ ਇੱਦਾਂ ਦੇ ਹੀ ਜਿਹੜੇ ਉਹ ਪੰਜਾਬ ਵਾਲੇ ਸੀ, ਦਿੱਲੀ ਦਾ ਜਿਹੜਾ ਉਹ ਕਿਲਾ ਹਿਲਾ ਦੇਾਂਗੇ, ਅਸੀਂ ਇਹ ਕਰ ਦੇਾਂਗੇ। ਨੌਜਵਾਨਾਂ ਨੇ ਤਾਂ ਕਰਤਾ, ਉਹਨਾਂ ਨੇ ਵਾਕਈ ਕਿਲਾ ਹਿਲਾਤਾ ਤੇ ਜਿਹੜੇ ਕਹਿੰਦੇ ਸੀ ਉਹਨਾਂ ਦੀਆਂ ਲੱਤਾਂ ਤਾਂ ਕੀ ਭਾਰ ਚੱਲਣੀਆਂ ਸੀ, ਉਹਨਾਂ ਦੇ ਤਾਂ ਦਿਲ ਫੇਲ ਹੋ ਗਏ ਕਿ ਵੀ ਇਹ ਕੀ ਹੋ ਗਿਆ। ਹੁਣ ਜਿਸ ਕਿਸਮ ਦੀ ਇਹ ਭੜਕਾਹਟ ਹੈ ਔਰ ਦੂਸਰੇ ਪਾਸੇ ਰਾਜਨਾਥ ਸਿੰਘ ਦੀ ਨੇਮ ਡ੍ਰੌਪਿੰਗ ਹੈ ਦੂਸਰੇ ਭਰਾ ਵੱਲੋਂ, ਇਹ ਇੱਕ ਖਬਰਦਾਰੀ ਦੀ ਗੱਲ ਵੀ ਹੈ, ਕਿਉਂਕਿ ਮੈਂ ਤਾਂ ਪੰਜਾਬ ਦੀ ਜਵਾਨੀ ਦੇ ਹਵਾਲੇ ਨਾਲ ਕਹਿ ਰਿਹਾ ਕਿ ਜਿਵੇਂ ਮਹਾਰਾਜ ਦੇ ਇਕੱਠ 'ਚ ਉਹਨਾਂ ਨੇ ਇੱਕ ਵਾਰ ਫੇਰ ਇਹਨਾਂ ਦੇ ਹਵਾਲੇ ਕੀਤਾ, ਇਹ ਨਾ ਹੋਏ ਕਿ ਅਲਟੀਮੇਟਲੀ ਜਿਵੇਂ ਸਾਨੂੰ ਹਮੇਸ਼ਾ ਹੀ ਇਹ ਖਦਸ਼ਾ ਹੈ ਕਿ ਕੌਣ ਟਰੋਜਨ ਹਾਰਸ ਹੋਏਗਾ। ਕੈਪਟਨ ਅਮਰਿੰਦਰ ਆਪਣੇ ਕੰਮ ਲੱਗਾ ਹੋਇਆ ਹੈ ਕੋਵਿਡ-19 ਦਾ, ਕਿਉਂਕਿ ਦੁਬਾਰਾ ਆਉਣ ਦੇ ਰੌਲੇ ਨੂੰ ਲੋੜ ਤੋਂ ਜ਼ਿਆਦਾ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ ਔਰ ਦਿੱਲੀ ਵਾਲਿਆਂ ਨੇ ਆਰਡਰ ਕਰ ਦਿੱਤਾ ਹੈ ਕਿ ਜੀ 5 ਸਟੇਟਾਂ ਜਿਨ੍ਹਾਂ 'ਚ ਹੁਣ ਕੇਰਲਾ, ਮਹਾਰਾਸ਼ਟਰਾ ਔਰ ਪੰਜਾਬ ਹੈ, ਉੱਥੋਂ ਆਉਣ ਵਾਲੇ ਦਿੱਲੀ 'ਚ ਐਂਟਰ ਕਰਨ ਤੋਂ ਪਹਿਲਾਂ ਕੋਵਿਡ-19 ਦਾ ਨੈਗੇਟਿਵ ਸਰਟੀਫਿਕੇਟ ਦਿਖਾਣਗੇ ਕਿ ਭਾਈ ਨਹੀਂ ਹੈ ਸਾਨੂੰ। ਸੋ ਇਹ ਵੀ ਇੱਕ ਤਰੀਕਾ ਹੈ ਔਰ ਆਉਣ ਵਾਲੇ ਦਿਨਾਂ 'ਚ ਵਧਾ ਚੜਾ ਕੇ ਕੇਸ ਕਰਕੇ ਇਹ ਵੀ ਕਹਿ ਸਕਦੇ ਨੇ। ਪੰਜਾਬ ਤਾਂ ਆਲਰੇਡੀ ਅਮਰਿੰਦਰ ਕਹਿ ਰਿਹਾ ਜੀ ਅਸੀਂ ਨਾਈਟ ਕਰਫਿਊ ਵੀ ਲਾ ਦੇਵਾਂਗੇ, ਪਬਲਿਕ ਪਲੇਸਿਸ 'ਤੇ ਵੀ ਲਾ ਦੇਵਾਂਗੇ, ਦੂਜਾ ਵੀ ਲਾ ਦੇਵਾਂਗੇ। ਨਾਲ ਦੀ ਨਾਲ ਉਹਨੇ ਇੱਕ ਹੋਰ ਬਕਵਾਸ ਮਾਰਿਆ ਅਮਰਿੰਦਰ ਨੇ ਕਿ ਜੀ ਜਦੋਂ ਦਾ ਕਿਸਾਨ ਅੰਦੋਲਨ ਚੱਲਿਆ ਪੰਜਾਬ 'ਚ ਬਹੁਤ ਹਥਿਆਰ ਆ ਗਏ ਨੇ ਔਰ ਇਹ ਜਿਹੜੇ ਨੇ ਨਵੇਂ ਰਿਕਰੂਟ ਵੀ ਉਹਨਾਂ ਨੂੰ ਮਿਲ ਜਾਣਗੇ। ਸੋ ਜ਼ਾਹਰ ਹੈ ਕਿ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਜਿਹਦੇ ਥੱਲੇ ਨਨਕਾਣਾ ਸਾਹਿਬ ਦਾ ਜਥਾ ਰੁਕਿਆ ਔਰ ਇਹ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਇੱਕ ਹੋਰ ਟਰੋਜਨ ਹੋਰਸ ਹੈ ਔਰ ਮੇਰਾ ਫੀਅਰ ਹੈ ਕਿ ਇਹ ਟਕੈਤ ਭਰਾ ਅਲਟੀਮੇਟਲੀ ਉਹੀ ਰੋਲ ਅਦਾ ਨਾ ਕਰਨ। ਰੱਬ ਕਰੇ ਇਵੇਂ ਨਾ ਹੋਏ, ਪਰ ਅਸੀਂ ਘੱਟੋ ਘੱਟ ਜੋ ਸਾਡੀ ਆਬਜ਼ਰਵੇਸ਼ਨ ਹੈ ਈਮਾਨਦਾਰੀ ਨਾਲ ਅਸੀਂ ਆਪਣੇ ਦਰਸ਼ਕਾਂ ਨਾਲ ਹਮੇਸ਼ਾ ਸਾਂਝੀ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।